सत श्री अकाल, आदाब, नमस्कार। स्वागत है जी तुहाडा साडे ते तुहाडे दोवां दे ऑफिशियल यूट्यूब चैनल जिस दा नाम है जी ड्रीम लाइट लर्नर्स। ड्रीम लाइट लर्नर्स ते असीं तुहाडा जी आयां नूं करदे हां जी, दिल खोल के स्वागत करदे हां इस चैनल ते। ठीक है जी, जी आयां नूं। ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੀ ਮੈਂ ਦੱਸ ਦਿੰਦਾ ਤੁਹਾਨੂੰ ਕਿ ਅੱਜ ਜਿਹੜੇ ਹੈਗੇ ਨੇ 25 ਅਗਸਤ ਦੇ ਜਿਹੜੇ ਕਰੰਟ ਅਫੇਅਰ ਦੇ ਕੁਐਸਚਨ ਨੇ ਉਹ ਡਿਸਕਸ ਕੀਤੇ ਜਾਣਗੇ, ਪਲੱਸ ਉਹਨਾਂ ਨਾਲ ਜੋ ਸਟੈਟਿਕ ਜੀਕੇ ਦਾ ਪੋਰਸ਼ਨ ਬਣਦਾ ਉਹ ਡਿਸਕਸ ਕੀਤਾ ਜਾਊਗਾ। ਅੱਜ ਦੀ ਕਲਾਸ ਅੰਤ ਤੱਕ ਜ਼ਰੂਰ ਵੇਖੋ, ਬਹੁਤ ਇੰਪੋਰਟੈਂਟ ਕਲਾਸ ਹੈ। ਤੇ ਜੋ ਸਟੈਟਿਕ ਜੀਕੇ ਦਾ ਜੋ ਪੋਰਸ਼ਨ ਉਠਾਇਆ ਗਿਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਪੇਪਰ ਦੇ ਵਿੱਚ ਜਿਹੜੇਗਾ ਹਰੇਕ ਵਾਰੀ ਇਹਨਾਂ ਵਿੱਚੋਂ 2-3 ਕੁਐਸਚਨ ਜਿਹੜੇ ਹੈਗੇ ਰੈਗੂਲਰ ਪੁੱਛੇ ਜਾ ਚੁੱਕੇ ਨੇ ਤੇ ਅੱਗੇ ਵੀ ਇਹ ਪੁੱਛੇ ਜਾਣਗੇ। ਠੀਕ ਹੈ ਜੀ, ਇਸ ਕਰਕੇ ਇਸ ਕਲਾਸ ਨੂੰ ਅੰਤ ਤੱਕ ਜ਼ਰੂਰ ਵੇਖੋ ਅਤੇ ਵੀਡੀਓ ਅੱਛੀ ਲੱਗਦੀ ਹੈ ਤੇ ਨੂੰ ਲਾਈਕ ਵੀ ਜ਼ਰੂਰ ਕਰਨਾ ਹੈ। ਠੀਕ ਹੈ ਜੀ, ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਿਹੜੀ ਹੈਗੀ ਆ ਉਹ ਵੀ ਦਬਾ ਕੇ ਰੱਖ ਲੈਣੀ ਹੈ ਤਾਂ ਜੋ ਜਦੋਂ ਵੀ ਨੋਟੀਫਿਕੇਸ਼ਨ ਆਵੇ ਆਪ ਨੂੰ, ਜਦੋਂ ਵੀ ਵੀਡੀਓ ਅਪਲੋਡ ਹੋਵੇ ਆਪ ਨੂੰ ਜੀ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਜਾਵੇ। ਠੀਕ ਹੈ ਜੀ, ਆ ਰੈੱਡ ਬਟਨ ਬਣਿਆ, ਇਸ ਨੂੰ ਸਬਸਕ੍ਰਾਈਬ ਕਰ ਲੈਣਾ ਤੁਸੀਂ। ਤੁਹਾਡੇ ਚੈਨਲ ਨੂੰ ਹੀ ਸਬਸਕ੍ਰਾਈਬ ਕਰੋ। ਮੈਂ ਹਰੇਕ ਵਾਰੀ ਕਹਿੰਦਾ ਵੀ ਸਾਡੇ ਚੈਨਲ ਨੂੰ ਕਿਉਂ ਸਬਸਕ੍ਰਾਈਬ ਕਰੋਗੇ, ਕਿਉਂਕਿ ਅਸੀਂ ਕੀ ਪ੍ਰੋਵਾਈਡ ਕਰ ਰਹੇ ਹਾਂ। ਠੀਕ ਹੈ ਜੀ, ਅਸੀਂ ਕੁਆਲਿਟੀ ਕੰਟੈਂਟ ਪ੍ਰੋਵਾਈਡ ਕਰਦੇ ਹਾਂ। ਕਿਸ ਚੀਜ਼ ਦਾ? ਪੰਜਾਬ ਪੁਲਿਸ ਦਾ, ਹੈੱਡ ਕਾਂਸਟੇਬਲ ਦੇ, ਠੀਕ ਹੈ ਜੀ, SI, ਐਕਸਾਈਜ਼ ਇੰਸਪੈਕਟਰ, PSSB, ਫੋਰੈਸਟ ਗਾਰਡ, ਵੀਡੀਓ, PPSC। ਠੀਕ ਹੈ ਜੀ, 7 ਵਜੇ ਸੁਬਾਹ 7 AM ਤੇ ਸੁਬਾਹ ਕਰੰਟ ਅਫੇਅਰ ਦੀ ਜਿਹੜੀ ਵੀਡੀਓ ਹੈ ਜੀ ਉਹ ਅਪਲੋਡ ਹੋ ਜਾਂਦੀ ਹੈ ਜੀ, ਕਰੰਟ ਅਫੇਅਰਸ ਦੀ ਵੀਡੀਓ। ਠੀਕ ਹੈ ਜੀ, ਸੁਬਾਹ 7 ਵਜੇ ਅਲਾਰਮ ਲਾ ਲਓ। ਇਸ ਕਲਾਸ ਨੂੰ ਨਹੀਂ ਭੁੱਲਣਾ। ਸਟੈਟਿਕ ਜੀਕੇ ਦਾ ਪੋਰਸ਼ਨ ਜਿਹੜਾ ਇਹਦੇ ਨਾਲ ਅਸੀਂ ਡਿਸਕਸ ਕਰਦੇ ਹਾਂ। ਠੀਕ ਹੈ, ਜਿਹੜਾ ਆਪਣੇ ਕੋਲ ਕਰੰਟ ਅਫੇਅਰ ਪਲੱਸ ਸਟੈਟਿਕ ਜੀ ਦਾ ਕੰਬੀਨੇਸ਼ਨ ਬਣ ਰਿਹਾ ਨਾ, ਅਦਭੁਤ ਹੈ ਜੀ, ਉਹ ਗ੍ਰੇਟ ਹੈ। ਇਸ ਕਰਕੇ ਇਸ ਨੂੰ ਫੋਲੋ ਕਰੋ ਕਲਾਸ ਨੂੰ, ਅਗਰ ਤੁਸੀਂ ਕਲਾਸ ਐਗਜ਼ਾਮ ਦੇ ਵਿੱਚ ਵਧੀਆ ਪਰਫਾਰਮ ਕਰਨਾ ਚਾਹੁੰਦੇ ਤਾਂ ਡੇਲੀ ਆ ਜਿਹੜੀ ਤੁਹਾਡੀ ਹੈਗੀ ਸਟੈਟਿਕ ਜੀਕੇ ਇਸ ਕਲਾਸ ਦੇ ਵਿੱਚ ਰਿਵਾਈਜ਼ ਹੋਊਗੀ। ਮੈਂ ਦਾਅਵਾ ਕਰਦਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਕਦੇ ਵੀ 1 ਮਿੰਟ ਵੀ ਇਸ ਕਲਾਸ ਦੇ ਵਿੱਚ ਤੁਹਾਡਾ ਜਿਹੜਾ ਵੇਸਟ ਨਹੀਂ ਜਾਣ ਦਿੱਤਾ ਜਾਊਗਾ। ਠੀਕ ਹੈ ਜੀ, ਨੈਕਸਟ ਮੈਂ ਤੁਹਾਨੂੰ ਕੀ ਕਹਿ ਰਿਹਾ ਵੀ ਮੈਥ ਦੀ ਜਿਹੜੀ ਹੈਗੀ ਆ ਫਸਟ ਵੀਡੀਓ ਜਿਹੜੀ ਹੈਗੀ ਆ ਨੰਬਰ ਸਿਸਟਮ ਦੀ ਅਪਲੋਡ ਹੋ ਚੁੱਕੀ ਹੈ। ਠੀਕ ਹੈ, ਅਗਰ ਤੁਸੀਂ ਇਹਦੇ ਵਿੱਚ ਕਮੈਂਟ ਕਰਦੇ ਹੋ ਵੀ ਸਾਨੂੰ ਹੋਰ ਇਹਦੇ ਵੀਡੀਓ ਚਾਹੀਦੀਆਂ ਤਾਂ ਮੈਂ ਹੋਰ ਜਿਹੜੀ A to Z ਜਿਹੜੀ ਸੀਰੀਜ਼ ਸਟਾਰਟ ਕੀਤੀ ਹੈ ਤਾਂ ਜਲਦ ਤੋਂ ਜਲਦ ਇਹਦੇ ਵਿੱਚ ਮੈਂ ਵੀਡੀਓਜ਼ ਜਿਹੜੀਆਂ ਹੈਗੇ ਮੈਥ ਦੀ ਉਹ ਅਪਲੋਡ ਕਰ ਦੂੰਗਾ। ਮੈਥ ਦੀ ਵੀਡੀਓ ਬਹੁਤ ਜਿਹੜੀ ਅਦਭੁਤ ਬਣੀ ਹੈ। ਠੀਕ ਹੈ, ਕਿ ਉਹਨੂੰ ਇੱਕ ਵਾਰੀ ਮੇਰੀ ਰਿਕੁਐਸਟ ਜਾ ਕੇ ਇਸ ਨੂੰ ਜ਼ਰੂਰ ਵੇਖੋ। ਪਲੱਸ ਇਹਦੇ ਵਿੱਚ ਕੀ ਹੈ, ਇੰਗਲਿਸ਼ ਦੀ ਜਿਹੜੀ ਹੈਗੀ ਸੀਰੀਜ਼ ਜਿਹੜੀ ਹੈਗੀ ਬਹੁਤ ਜਲਦੀ ਅਸੀਂ ਇਸ ਚੈਨਲ 'ਤੇ ਸ਼ੁਰੂ ਕਰਨ ਜਾ ਰਹੇ ਹੈਗੇ। ਸਾਡੇ ਕੋਲ ਬਹੁਤ ਬੈਸਟ ਟੀਚਰ ਹੈਗੇ ਨੇ। ਠੀਕ ਹੈ, ਇੰਗਲਿਸ਼ ਦੀ ਸੀਰੀਜ਼ ਵੀ ਇਸ ਚੈਨਲ 'ਤੇ ਸ਼ੁਰੂ ਹੋਣ ਜਾ ਰਹੀ ਹੈ। ਤਾਂ ਸਟੇ ਟਿਊਨਡ ਵਿਦ ਦਿਸ ਚੈਨਲ ਐਂਡ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ। ठीक है जी, ਵਧਦੇ ਹਾਂ ਅੱਜ ਦੇ ਮੋਟੀਵੇਸ਼ਨ ਕੋਟ ਵੱਲ। ਕੀ ਕਹਿ ਰਿਹਾ ਜੀ, ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ ਇਸ ਨੂੰ ਸੌਂ ਕੇ ਗਵਾ ਲਓ, ਚਾਹੇ ਮਿਹਨਤ ਕਰਕੇ ਕਮਾ ਲਵੋ। ਵਕਤ ਹਮੇਸ਼ਾ ਤੁਹਾਡਾ ਹੈ, वक्त हमेशा ਤੁਹਾਡਾ रहेगा। ठीक है, वक्त ने वक्त को कहा, ठीक है, वक्त की क्या पहचान है? तो वक्त की पहचान ये है कि वक्त ਜਦੋਂ ਆਉਂਦਾ ਹੈ ਨਾ ਇੱਕ ਦੂਜੇ ਬੰਦੇ ਤੇ ਤਾਂ ਉਦੋਂ ਭੱਜਣਾ ਪੈ ਜਾਂਦੀ ਹੈ। ਇਸ ਕਰਕੇ ਵਕਤ ਦੀ ਅੱਜ ਕਦਰ ਕਰੋ। ਕੱਲ ਨੂੰ ਜਦੋਂ ਵਕਤ ਨੇ ਤੁਹਾਡੀ ਕਦਰ ਨਹੀਂ ਕੀਤੀ ਤਾਂ ਤੁਸੀਂ ਦੁਖੀ ਹੋਵੋਗੇ। ਠੀਕ ਹੈ, ਵਕਤ ਦੀ ਕਦਰ ਕਿਵੇਂ ਕਰਨੀ ਹੈ ਜੀ? ਵਕਤ ਦਾ ਸਹੀ ਯੂਟੀਲਾਈਜ਼ ਕਰਕੇ, ਮਿਹਨਤ ਕਰਕੇ। ਅਗਰ ਮਿਹਨਤ ਨਹੀਂ ਕਰੋਗੇ, ਸੌਂ ਕੇ ਗਵਾ ਲਓਗੇ ਤਾਂ ਵਕਤ ਤੁਹਾਡਾ ਨਹੀਂ ਰਹੇਗਾ। ਤੁਸੀਂ ਵਕਤ ਦੇ ਨਹੀਂ ਸੀ, ਵਕਤ ਤੁਹਾਡਾ ਨਹੀਂ ਰਹੇਗਾ। ਉਹ ਕਹਿੰਦੇ 4 ਸਾਲ ਮਿਹਨਤ 40 ਸਾਲ ਐਸ਼। ਅੱਜ ਦੇ ਤੁਸੀਂ 4 ਸਾਲ 2 ਸਾਲ ਪੂਰੀ ਮਿਹਨਤ ਲਗਾ ਕੇ ਪੜ੍ਹ ਲਓਗੇ, ਕਿਤੇ ਲੱਗ ਜਾਓਗੇ, ਮਿਹਨਤ ਕਰ ਲਓਗੇ ਤਾਂ 40 ਸਾਲ ਐਸ਼ ਹੈ ਜੀ। ਅਗਰ 4 ਸਾਲ ਵਿਹਲੇ ਰਹਿ ਲਏ, ਸੌਂ ਲਿਆ, ਖਾ ਲਿਆ, ਪੀ ਲਿਆ, ਫੋਨ ਚਲਾ ਲਿਆ, ਕਰੰਟ ਅਫੇਅਰ ਦੀ ਵੀਡੀਓ ਇੱਕ ਵਾਰੀ ਲਾਈ, ਮੈਥ ਦੀ ਵੀਡੀਓ ਇੱਕ ਵਾਰੀ ਲਾਈ, ਉਦੋਂ ਬਾਅਦ ਨਹੀਂ ਰੈਗੂਲਰ ਲਾਓਗੇ, 2 ਸਾਲ 1 ਸਾਲ ਪੂਰੀ ਮਿਹਨਤ ਕਰੋਗੇ ਤਾਂ ਅਗਲੇ 40 ਸਾਲ ਐਸ਼ ਹੈ ਜੀ। ਇਸ ਕਰਕੇ ਵਕਤ ਦੀ ਕਦਰ ਕਰੋ ਐਂਡ ਮਿਹਨਤ ਕਰੋ। ठीक है, मेहनत तो बिना कुछ नहीं हासिल होता, किस्मत पर डिपेंड नहीं रह जाता गा। इस करके मेहनत करो, मेहनत की होएगी तो किते ना किते तो अपन उसका फल जरूर मिलेगा। ठीक है जी, सो मैं आशा करदा कि तुसी मोटिवेट हो गए होवोगे। ठीक है जी, तो बहुत वधिया तरीके नाल जिहड़े हैगे पैन कॉपी लैके मेरे नाल जिहड़े हैगे फैक्ट लिखण लई तैयार होवोगे। वधदे हां पहले क्वेश्चन वल। हाल ही विच यूनैस्को की संस्कृत विरासत सूची विच किहड़ा नाच शामिल किया गया है? ठीक है जी, किस दी? यूनैस्को की संस्कृत विरासत सूची विच पूछे गया किहड़ा नाच शामिल किया गया। तो इसका सही आंसर हो चुका जी B, गरबा जिहड़ा नाच हैगा वो यूनैस्को की संस्कृत विरासत सूची विच शामिल किया गया। किहड़ा जी? गरबा। गरबा नाच जिहड़ा हैगा वो शामिल किया गया। ठीक है जी, किहदी सूची विच? यूनैस्को की सूची विच जी। ठीक है, जिहड़ा गरबा नाच पुछ लिया जाए कित्थों का नाच है तो ये तुसीं वेखो जी गुजरात का है जी। गुजरात का जिहड़ा नाच है वो किहड़ा हैगा?
गरबा हैगा। ठीक है, हुण किहदी गल आई है यूनैस्को की। यूनैस्को चों एक अद्धा क्वेश्चन जिहड़ा हैगा पेपर दे विच पुछिया ही जाता हैगा, बहुत इंपॉर्टेंट जिहड़ी हैगी अपने कोले ये हैगा यूनैस्को वर्ल्ड हैरीटेज। तो इस दे बारे जो भी फैक्ट बनते हैं अज मैं सारे चक के ले आया, कॉपी पैन लैके नोट कर लो इस चीज़ नूं ते याद करना, इस चीज़ नूं भुलना नहीं हैगा तां जो पेपर दे विच आपां वधिया परफॉर्म कर सकीए। ठीक है, अगे गल करते हैं जी यूनैस्को की। यूनैस्को की स्थापना कदों हुई सी? तो ये हुई जी 16 नवंबर 1945 नूं की हुई सी, स्थापना हुई सी जी इहदी। ठीक है जी, फुल फॉर्म पुछ ली जावे दी की है, तो इहदी फुल फॉर्म नोट करो जी, यूनाइटेड नेशंस एजुकेशनल साइंटिफिक एंड कल्चरल ऑर्गेनाइजेशन ऑर्गेनाइजेशन। तो ठीक है जी, इहदा मुख्यालय कित्थे है? इहदा हैगा जी पैरिस दे विच। पैरिस कित्थे है? ये फ्रांस दे विच है जी, फ्रांस की कैपिटल है। ठीक है जी, पैरिस पुछ लिया जाए किस नदी के किनारे है? तो ये सीन नदी के किनारे है जी। तो यूनैस्को की स्थापना कदों हुई सी? 16 नवंबर 1945 नूं। यूनाइटेड नेशंस एजुकेशनल साइंटिफिक एंड कल्चरल ऑर्गेनाइजेशन इसकी फुल फॉर्म है। पैरिस जी फ्रांस दे विच इसका मुख्यालय हैगा जी, सीन नदी ते पैरिस स्थित हैगा। तुसीं आखोगे सर फुल फॉर्म तो नहीं पूछी जाऊगी, बट फुल फॉर्म नहीं पूछूगा कि पूछ लूगा यूनैस्को विच ई ते की आउंदा है, तो की आखोगे एजुकेशनल। ठीक है, एस ते की आउंदा है साइंटिफिक, सी ते की आउंदा कल्चरल। ये चीज़ों नूं तुसीं याद रखना है, ये चीज़ां पुछियां जाणगियां। नो डाउट फुल फॉर्म जिहड़ी हैगी पूरी नहीं पूछी जाऊगी, बट इहदे विचों की वर्ड्स पुछे जा सकते हैं, ये तुसीं याद रखना है। यूनैस्को के दो प्रकार का यूनैस्को जिहड़ा हुंदा जी, एक हुंदा जी वर्ल्ड हैरीटेज साइट, वर्ल्ड हैरीटेज साइट्स, एक हुंदा जी इनटैंजीबल साइट्स, इनटैंजीबल साइट्स। सर इन्हां च फर्क की हुंदा जी? वर्ल्ड हैरीटेज साइट जिहड़ी हुंदी इहदे विच बिल्डिंग्स आ गई जिन्होंने आपां टच कर सकीए। ठीक है, बिल्डिंग्स आ गई, फोर्ट्स आ गई, नैशनल पार्क्स आ गए। तो इनटैंजीबल साइट्स हुंदियां जिन्होंं आपां टच नहीं कर सकते। जिवें मान लो दुर्गा पूजा हुंदी है, उसनों आपां टच नहीं कर सकते, महसूस कर सकते हैं, उसनों आपां करके वेख सकते हैं, तो वो की अपने कोले इनटैंजीबल साइट्स आ गई। ठीक है, तो कई होंदियां इनटैंजीबल होंदियां, अमूर्त जिन्होंने कह लो, एक किहड़ी होंदियां वर्ल्ड हैरीटेज साइट होंदियां। तो यूनैस्को दी दो होंदियां जी। तो यूनैस्को वर्ल्ड हैरीटेज इन इंडिया दे विच कितनियां हैगियां? 40 साइट्स ने। किहड़ियां इहदे नोट करो जी। जिहड़ियां कुदरती हैगियां ने वो कितनियां ने? 7। ठीक है जी, कल्चरल जिहड़ियां हैगियां ने, कल्चरल नोट करो जी कितनियां ने? 32। एंड एक मिक्स टाइप दी है जी, मिक्स टाइप दी है। इसका नाम क्या है जी? कंचनजंगा नेशनल पार्क, कंचनजंगा नेशनल पार्क। ठीक है जी, ये कितने स्थित है? ये सिक्किम दे विच स्थित है जी। तो 40 जिहड़ियां साइट वर्ल्ड हैरीटेज दियां इंडिया दे विच हैगियां ने, कुदरती उहदे विच कितनियां ने? 7। ठीक है जी, कुदरत दे विच की आ जांदा, इहदे विच नैशनल पार्क वगैरह आ गए सारे, टाइगर रिजर्व नैशनल पार्क। कल्चरल दे विच सारी बिल्डिंग्स आ गई, फोर्ट्स किले आ गए सारे अपने कोले, कितनियां ने? 32। तो एक मिक्स टाइप दी है जिसका नाम की कंचनजंगा नैशनल पार्क कित्थे है जी? सिक्किम दे विच हैगा जी। ठीक है जी, एक किहड़ी मिक्स टाइप दी है। अगे बढ़ते हैं, श्री हरमंदर साहिब। हाँ जी, श्री हरमंदर साहिब बारे गल करिए तो यह भी यूनैस्को की वर्ल्ड हैरीटेज साइट दे विच लिस्टड है जी, यूनैस्को वर्ल्ड हैरीटेज दे विच। ठीक है जी, एक कदों शामिल किया गया सी इन्हां नूं? तो 2004 दे विच शामिल किया गया सी। आए जी कैंट क्वेश्चन था अपने कोले। ठीक है जी, मैक्सीमम यूनैस्को वर्ल्ड हैरीटेज साइट्स किहड़ी स्टेट दे विच हैगियां ने? तो स्टेट पूछी जाए किहड़ी स्टेट दे विच सब तो वध ने? ये हैगियां जी महाराष्ट्र दे विच। महाराष्ट्र दे विच जिहड़ी हैगी सब तो वध यूनैस्को साइट्स हैगियां ने। तो हरमंदर साहिब जी जिहड़े हैगे ने इन्हां नूं भी जिहड़ा यूनैस्को साइट दे विच शामिल किया गया हैगा, 2004 विच शामिल किया गया। तो मैक्सीमम पुछ लिया जाए तो कित्थे ने? महाराष्ट्र दे विच। अगे वधदे हां, फर्स्ट यूनैस्को साइट इन इंडिया, फर्स्ट यूनैस्को साइट इन इंडिया पहली यूनैस्को किहनूं किया गया सी? तो आगरा फोर्ट जी, आगरा फोर्ट नूं जिहड़ा फर्स्ट जिहड़ा हैगा यूनैस्को साइट घोषित किया गया सी। ये कित्थे पुछ लिया जाए तो यूपी दे विच है जी, उत्तर प्रदेश दे विच
ਹੈਰੀਟੇਜ ਸਾਈਟ ਆਫ ਇੰਡੀਆ, ਹੈਰੀਟੇਜ ਸਿਟੀ ਆਫ ਇੰਡੀਆ ਕਿਆ ਕੁਐਸਚਨ ਹੈ ਜੀ। ਹੈਰੀਟੇਜ ਸਿਟੀ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ? ਇਹ ਬਹੁਤ ਮਿਹਨਤ ਕੀਤੀ ਜਾਂਦੀ ਜੀ ਇਸ ਪਿੱਛੇ ਤੁਹਾਡੇ ਕੁਐਸਚਨ ਕਲੈਕਟ ਕਰਨੇ, ਕੁਐਸਚਨ ਦੇ ਨਾਲ ਜੋ ਰਿਲੇਟਡ ਸਟੈਟਿਕ ਜੀਕੇ ਕਲੈਕਟ ਕਰਨੀ, ਠੀਕ ਹੈ। ਬਹੁਤ ਇੱਕ ਦਿਨ ਦੀ ਮਿਹਨਤ ਤੋਂ ਬਾਅਦ ਜਿਹੜੇ ਕਿ ਕੁਐਸਚਨ ਕਲੈਕਟ ਹੁੰਦੇ ਤੇ ਬਹੁਤ ਸਿਰਾ ਕੁਐਸਚਨ ਅੱਜ ਬਣੇ ਹੈਗੇ ਨੇ ਸਟੈਟਿਕ ਜੀਕੇ ਦੇ। ਅਹਿਮਦਾਬਾਦ ਦੀ, ਠੀਕ ਹੈ, ਹੈਰੀਟੇਜ ਸਿਟੀ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ? ਅਹਿਮਦਾਬਾਦ ਨੂੰ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਫਸਟ ਸਿਟੀ ਸੀ ਜੀ ਜੋ ਐਡ ਹੋਈ ਸੀ ਕਾਹਦੇ ਵਿੱਚ? ਯੂਨੈਸਕੋ ਵਰਲਡ ਹੈਰੀਟੇਜ ਵਿੱਚ ਜਿਹੜੀ ਐਡ ਹੋਈ ਸੀਗੀ। ਕਿਹੜੀ ਸਿਟੀ? ਅਹਿਮਦਾਬਾਦ। ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ? ਹੈਰੀਟੇਜ ਸਿਟੀ ਆਫ ਇੰਡੀਆ। ਇੰਡੀਅਨ ਟੈਂਜੀਬਲ ਸਾਈਟਸ, ਕੁਛ ਕੁ ਇੰਪੋਰਟੈਂਟ ਇੰਡੀਅਨ ਟੈਂਜੀਬਲ ਸਾਈਟਸ ਹੈਗੇ, ਨੋਟ ਕਰ ਲਓ ਕਿਹੜੀਆਂ ਕਿਹੜੀਆਂ ਨੇ। ਇੱਕ ਤਾਂ ਆ ਗਿਆ ਜਿਹਦੇ ਵਿੱਚ ਕੁੰਭ ਮੇਲਾ, ਠੀਕ ਹੈ ਜੀ, ਜੋ ਪੁੱਛਿਆ ਜਾਂਦਾ ਪੇਪਰ ਦੇ ਵਿੱਚ। ਇੱਕ ਆ ਗਿਆ ਜੀ ਕੁੰਭ ਮੇਲਾ, ਇੱਕ ਹੈ ਜੀ ਨਵਰੋਜ਼ ਫੈਸਟੀਵਲ, ਨੈਕਸਟ ਹੈ ਜੀ ਦੁਰਗਾ ਪੂਜਾ। ਦੁਰਗਾ ਪੂਜਾ ਕਿੱਥੋਂ ਦੀ ਹੈ? ਇਹ ਹੈਗੀ ਹੈ ਜੀ ਵੈਸਟ ਬੰਗਾਲ ਦੀ, ਠੀਕ ਹੈ ਜੀ। ਇਹ ਕੀ ਹੈ? ਨਵੀਨਤਮ ਵਰਲਡ ਹੈਰੀਟੇਜ ਜਿਹੜੀ ਹੈਗੀ ਹੈ ਟੈਂਜੀਬਲ ਸਾਈਟ ਹੈਗੀ ਹੈ ਜੀ। ਵਰਲਡ ਟੈਂਜੀਬਲ ਜਿਹੜੀ ਹੈਗੀ ਹੈ ਸਾਈਟ ਹੈਗੀ ਹੈ, ਹੁਣੇ ਕਿਹੜੀ ਬਣੀ ਹੈਗੀ ਹੈ? ਦੁਰਗਾ ਪੂਜਾ ਜਿਹੜੀ ਲਿਸਟਡ ਹੋਈ ਹੈਗੀ ਹੈ, ਠੀਕ ਹੈ ਜੀ। ਇਸ ਨੂੰ ਤੁਸੀਂ ਯਾਦ ਰੱਖਣਾ, ਕੁੰਭ ਮੇਲਾ, ਨਵਰੋਜ਼ ਫੈਸਟੀਵਲ ਐਂਡ ਦੁਰਗਾ ਪੂਜਾ। ਆਸ਼ਾ ਕਰਦਾ ਕਿ ਤੁਸੀਂ ਕਾਪੀ ਐਂਡ ਪੈਨ ਸਾਥ ਲੈ ਕੇ ਬੈਠੇ ਹੋਗੇ ਔਰ ਨੋਟ ਕਰ ਰਹੇ ਹੋਗੇ ਨਾਲ ਨਾਲ, ਠੀਕ ਹੈ, ਤਾਂ ਜੋ ਪੇਪਰ ਦੇ ਵਿੱਚ ਹੈਲਪ ਹੋ ਸਕੇ, ਠੀਕ ਹੈ। ਵੱਧਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ। ਨਾਸਾ ਦਾ ਆਰਟੇਮਸ ਮਿਸ਼ਨ ਕਿੱਥੇ ਉਤਰੇਗਾ? ਠੀਕ ਹੈ, ਤੁਹਾਡੇ ਆਪਸ਼ਨ ਨੇ ਜੁਪੀਟਰ, ਮਾਰਸ, ਮੂਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਆਨਸਰ ਹੋ ਜਾਊਗਾ ਜੀ ਮੂਨ, ਠੀਕ ਹੈ ਜੀ। ਤਾਂ ਨਾਸਾ ਦਾ ਆਰਟੇਮਸ 3rd ਮਿਸ਼ਨ ਜਿਹੜਾ ਹੈਗਾ ਉਹ ਕਿੱਥੇ ਉਤਰੇਗਾ? ਉਹ ਉਤਰੇਗਾ ਜੀ ਆਪਣੇ ਮੂਨ ਦੇ ਉੱਤੇ, ਠੀਕ ਹੈ। ਇਸ ਦੇ ਬਾਰੇ ਗੱਲ ਕਰਦੇ ਹਾਂ। ਆਰਟੇਮਸ ਮਿਸ਼ਨ ਦਾ ਨਾਮ ਕੀ ਹੈ? ਆਰਟੇਮਸ 3rd, ਠੀਕ ਹੈ ਜੀ। ਕਿੱਥੇ ਜਾਏਗਾ? ਮੂਨ ਤੇ ਜਾਏਗਾ ਜੀ। ਮੂਨ ਦੇ ਵੀ ਕਿਹੜੇ ਪੋਲ ਤੇ? ਸਾਊਥ ਪੋਲ ਤੇ, ਸਾਊਥ ਪੋਲ ਤੇ ਜਾਏਗਾ, ਠੀਕ ਹੈ ਜੀ। ਇਹਦੀ ਖਾਸੀਅਤ ਕੀ ਹੈ? ਇੱਕ ਮੈਂਡ ਹੋਏਗਾ ਜੀ, ਮੈਂਡ, MANNED। ਮੈਂਡ ਕਿਉਂ ਲਿਖਿਆ ਮੈਂ? ਮੈਂਡ ਉਹ ਜਿਹੜਾ ਪ੍ਰੋਜੈਕਟ ਹੁੰਦਾ, ਮਿਸਾਈਲ ਜਾਂ ਆਪਣੇ ਕੋਲੇ ਹੁੰਦਾ ਹੈ, ਮਿਸ਼ਨ ਹੁੰਦਾ ਜਿਸ ਦੇ ਵਿੱਚ ਆਦਮੀ ਭੇਜੇ ਜਾਣ, ਠੀਕ ਹੈ। ਤੇ ਇਹਦੇ ਵਿੱਚ ਆਦਮੀ ਨਹੀਂ ਜਾਊਗਾ ਇਸ ਵਾਰ, ਇਸ ਵਿੱਚ ਕੀ ਜਾਊਗਾ? ਇੱਕ ਵੂਮਨ ਜਾਊਗੀ ਜੀ, ਠੀਕ ਹੈ। ਆਪਾਂ ਪੜ੍ਹਦੇ ਸੀ ਨੀਲ ਆਰਮਸਟਰੋਂਗ ਚੰਨ ਤੇ ਜਾਣ ਵਾਲੇ ਪਹਿਲੇ ਆਦਮੀ। ਹੁਣ ਜਦੋਂ ਵੀ ਆ ਵੂਮਨ ਪਹੁੰਚ ਗਈ, ਆਪਾਂ ਵੂਮਨ ਪੜ੍ਹਨਾ ਸ਼ੁਰੂ ਕਰ ਦਾਂਗੇ ਜੀ। ਪਹਿਲੇ ਵੂਮਨ ਕਿਹੜੇ ਗਏ ਸੀ? ਤਾਂ ਫਸਟ ਵੂਮਨ ਜਿਹੜੀ ਹੋਏਗੀ ਉਹ ਮੂਨ ਉੱਪਰ ਜਾਏਗੀ, ਠੀਕ ਹੈ। ਨੈਕਸਟ ਨੈਟਵਰਕ ਦੀ ਗੱਲ ਕਰੀਏ ਵੀ ਜਦੋਂ ਉੱਥੇ ਪਹੁੰਚ ਗਏ ਵੂਮਨ, ਜਦੋਂ ਆਪਣੇ ਮੈਂਡ ਜਿਹੜੀ ਆਰਟੇਮਸ 3 ਲੈ ਕੇ ਜਾਊਗੀ ਵੂਮਨ ਨੂੰ, ਤਾਂ ਚੰਨ ਦੇ ਉੱਪਰ ਜਿਹੜਾ ਹੈਗਾ, ਮੂਨ ਦੇ ਉੱਪਰ ਜਿਹੜਾ ਹੈਗਾ ਨੈਟਵਰਕ ਦੀ ਸੁਵਿਧਾ ਵੀ ਚਾਹੀਦੀ ਹੈ, ਠੀਕ ਹੈ। ਕਨੈਕਟ ਕਰਨ ਵਾਸਤੇ ਧਰਤੀ ਤੇ ਵੀ ਮੈਂ ਇੱਥੇ ਰਹਿ ਰਿਹਾ ਹੈਗਾ, ਮੈਂ ਇੱਥੇ ਕੀ ਖਾ ਰਿਹਾ ਵਗੈਰਾ ਕੁਛ ਵੀ ਹੈਗਾ, ਤਾਂ ਜਿਹੜਾ ਨੈਟਵਰਕ ਹੈ ਉਹ ਪ੍ਰੋਵਾਈਡ ਕੌਣ ਕਰੇਗਾ? ਉਹ ਪ੍ਰੋਵਾਈਡ ਕਰੇਗਾ ਜੀ ਨੋਕੀਆ। ਕਲੀਅਰ ਹੈ ਇਸ ਗੱਲ ਨੂੰ? ਠੀਕ ਹੈ, ਅੱਗੇ ਵਧਦੇ ਹਾਂ ਜੀ। ਨਾਸਾ ਦੀ ਗੱਲ ਕਰੀਏ ਹੁਣ। ਨਾਸਾ ਵਿੱਚੋਂ ਵੀ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ। ਇਹਦੀ ਫੁੱਲ ਫਾਰਮ ਨੋਟ ਕਰੋ ਨਾਸਾ ਦੀ। ਸਭ ਤੋਂ ਪਹਿਲਾਂ ਕੀ ਹੈਗੀ ਹੈ ਜੀ? ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ, ਠੀਕ ਹੈ। ਹੁਣ ਬੱਚੇ ਕੀ ਕਹਿਣਗੇ? ਐਡੀ ਔਖੀ ਹੈ ਜੀ, ਪੇਪਰ ਦੇ ਵਿੱਚ ਤਾਂ ਪੁੱਛੀ ਨਹੀਂ ਜਾਣੀ। ਪੇਪਰ ਦੇ ਵਿੱਚ ਨਹੀਂ ਪੁੱਛੀ ਜਾਣੀ, ਬਟ ਕੀ ਪੁੱਛਿਆ ਜਾਊਗਾ? ਨਾਸਾ ਦੀ ਫਸਟ ਏ ਦੇ ਉੱਤੇ ਕੀ ਆਉਂਦਾ? ਤਾਂ ਕੀ ਤੁਹਾਨੂੰ ਯਾਦ ਹੋਏਗਾ? ਐਰੋਨੌਟਿਕਸ, ਠੀਕ ਹੈ। ਲਾਸਟ ਏ ਤੇ ਕੀ ਆਉਂਦਾ? ਤਾਂ ਕੀ ਹੋ ਗਿਆ? ਐਡਮਿਨਿਸਟ੍ਰੇਸ਼ਨ। ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਕਿੱਥੇ, ਕਦੋਂ ਸਥਾਪਨਾ ਕਦੋਂ ਹੋਈ ਸੀ ਇਹਦੀ? 1958 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਜੀ। ਮੁਖਿਆਲਾ ਕਿੱਥੇ ਹੈ? ਵਾਸ਼ਿੰਗਟਨ DC ਦੇ ਵਿੱਚ ਇਹਦਾ ਮੁਖਿਆਲਾ ਹੈਗਾ। ਵਾਸ਼ਿੰਗਟਨ DC ਦੇ ਵਿੱਚ ਜਿਹੜਾ ਹੈਗਾ ਦਾ ਮੁਖਿਆਲਾ ਹੈਗਾ ਜੀ, ਠੀਕ ਹੈ। 1958 ਵਿੱਚ ਸਥਾਪਨਾ ਹੋਈ ਸੀ। ਵਾਸ਼ਿੰਗਟਨ DC ਦੇ ਵਿੱਚ ਮੁਖਿਆਲਾ ਹੈ। ਇਹਦੀ ਫੁੱਲ ਫਾਰਮ ਤੁਸੀਂ ਯਾਦ ਰੱਖਣੀ ਹੈ, ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਅੱਗੇ ਗੱਲ ਕਰੀਏ ਜਾਕਸਾ। ਤਾਂ ਜਾਕਸਾ ਜਿਹੜੀ ਹੈਗੀ ਉਹ ਜਾਪਾਨ ਦੀ ਸਪੇਸ ਏਜੰਸੀ ਹੈ ਜੀ। ਜਾਕਸਾ। ਰੋਸਕੋਸਮੋਸ ਕਿਸ ਦੀ ਹੈ ਜੀ? ਇਹ ਰਸ਼ੀਆ ਦੀ ਹੈ ਜੀ। ਰਸ਼ੀਆ ਦੀ ਸਪੇਸ ਏਜੰਸੀ। EUS ਕਿਹਦੀ ਹੈ ਜੀ? ਇਹ ਹੈਗੀ ਯੂਰਪੀਅਨ ਯੂਨੀਅਨ ਦੀ ਹੈਗੀ ਹੈ ਜੀ। ਯੂਰਪੀਅਨ ਯੂਨੀਅਨ ਸਪੇਸ ਏਜੰਸੀ,
ठीक है। इसरो कहती है तो पता ही है सारे बच्चे बच्चे ਨੂੰ पता है, ये हैगी जी इंडिया की स्पेस एजेंसी। तो ਜਿਹੜੀਆਂ स्पेस एजेंसी इंपॉर्टेंट ने पेपर ਦੇ ਵਿੱਚ ਪੁੱਛੀਆਂ ਜਾਂਦੇ ਨੇ, मैं नोट कर ਦਿੱਤੀਆਂ ਨੇ। ਜਾਕਸਾ जापान ਦੀ है जी, ਰੋਸਕੋਸਮੋਸ ਜਿਹੜੀ ਹੈਗੀ ਆ रशिया ਦੀ ਹੈਗੀ ਹੈ, EUS यूरोपियन यूनियन ਦੀ ਹੈਗੀ ਹੈ, ठीक है। इसरो ਜਿਹੜੀ ਹੈਗੀ ਉਹ इंडिया ਦੀ ਹੈਗੀ ਹੈ। ਅੱਗੇ ਵਧਦੇ ਹਾਂ जी, ਚੰਦਰਯਾਨ 1 ਦੀ ਗੱਲ ਕਰੀਏ। ਚੰਦਰਯਾਨ 1 ਦਾ ਕਦੋਂ ਭੇਜਿਆ ਗਿਆ ਸੀ? 2008 ਦੇ ਵਿੱਚ ਭੇਜਿਆ ਗਿਆ ਸੀਗਾ। ਤਾਂ ਰੌਕਟ ਕਿਹੜਾ ਯੂਜ਼ ਹੋਇਆ ਸੀਗਾ ਇਹਦੇ ਵਿੱਚ? C11 ਜਿਹੜਾ ਹੈਗਾ ਰੌਕਟ ਯੂਜ਼ ਹੋਇਆ ਸੀਗਾ। ਹੁਣ ਦੇਖੋ ਬੱਚੇ, ਸਾਰਿਆਂ ਨੂੰ ਪਤਾ ਲੱਗ ਗਿਆ ਵੀ 2008 ਦੇ ਵਿੱਚ ਭੇਜਿਆ ਗਿਆ ਸੀਗਾ, ਤੇ ਉਹਦੇ ਲਈ ਪੁੱਛਣ ਲਈ, ਐਗਜ਼ਾਮੀਨਰ ਲਈ ਪੁੱਛਣ ਲਈ ਕੁਛ ਨਹੀਂ ਹੁੰਦਾ, ਤਾਂ ਉਹ ਕੀ ਰੌਕਟ ਦਾ ਨਾਮ ਪੁੱਛ ਲੈਂਦਾ ਵੀ ਰੌਕਟ ਕਿਹੜਾ ਸੀਗਾ, ਠੀਕ ਹੈ। ਹੁਣ ਮੰਨ ਲਓ ਚੰਦਰਯਾਨ 2 ਹੈ, ਇਹ ਜਿਹੜਾ 22 ਜੁਲਾਈ 2019 ਨੂੰ ਭੇਜਿਆ ਗਿਆ ਸੀਗਾ, ਠੀਕ ਹੈ। ਕਿੱਥੋਂ ਭੇਜਿਆ ਗਿਆ ਸੀਗਾ? ਸਤੀਸ਼ ਧਵਨ ਸੈਂਟਰ ਤੋਂ। ਸਤੀਸ਼ ਧਵਨ ਸੈਂਟਰ ਤੋਂ ਭੇਜਿਆ ਗਿਆ ਸੀ ਜੀ। नो डाउट दोवें चीज़ां याद हो जाएगियां, बट वो की करूगा हुण? रॉकेट का नाम पूछ लूगा। तो रॉकेट का नाम की है? नोट करो जी, GSLV मार्क 3 ਇਹਦਾ रॉकेट का नेम है जी, ठीक है। चंद्रयान 3 की गल करिए, ये जिहड़ा हैगा 2023 ਦੇ ਵਿੱਚ ਭੇਜਿਆ ਜਾਊਗਾ, ठीक है। चंद्रयान 1 2008 ਦੇ ਵਿੱਚ ਰੌਕਟ ਕਿਹੜਾ ਸੀ? C11 ਰੌਕਟ ਸੀਗਾ। 22 ਜੁਲਾਈ 2019 ਦੇ ਵਿੱਚ ਚੰਦਰਯਾਨ 2 ਸਤੀਸ਼ ਧਵਨ ਜਿਹੜਾ ਸੈਂਟਰ ਤੋਂ ਇਹ ਭੇਜਿਆ ਗਿਆ ਸੀਗਾ। GSLV ਮਾਰਕ 3 ਇਹ ਜਿਹੜਾ ਰੌਕਟ ਹੈਗਾ ਇਹ ਲਾਂਚ ਇਸ ਲਾਂਚ ਕੀਤਾ ਗਿਆ ਸੀ ਚੰਦਰਯਾਨ 2। ਮੰਗਲਯਾਨ 1 ਦੀ ਗੱਲ ਕਰੀਏ ਤਾਂ ਮੰਗਲਯਾਨ ਕਦੋਂ ਭੇਜਿਆ ਗਿਆ ਸੀਗਾ? 24 ਸਤੰਬਰ 2014 ਦੇ ਵਿੱਚ। ਰੌਕਟ ਕਿਹੜਾ ਸੀ? PSLV C25। ਲੈਂਡਰ ਦਾ ਨੇਮ ਕੀ ਸੀਗਾ ਇਹਦੇ ਵਿੱਚ? ਲੈਂਡਰ ਦਾ ਨੇਮ ਪੁੱਛ ਲਿਆ ਜਾਵੇ ਤਾਂ ਕੀ ਸੀਗਾ ਜੀ? ਵਿਕਰਮ, ਠੀਕ ਹੈ। ਮੰਗਲਯਾਨ 2 ਦੀ ਗੱਲ ਕਰੀਏ ਤਾਂ 2024 ਦੇ ਵਿੱਚ ਜਿਹੜਾ ਹੈਗਾ ਮੰਗਲਯਾਨ 2 ਭੇਜਿਆ ਜਾਊਗਾ, ਠੀਕ ਹੈ ਜੀ। ਚਲੋ ਅੱਗੇ ਵਧਦੇ ਅਗਲੇ ਕੁਐਸਚਨ ਦੇ ਵਿੱਚ। ADB ਸਾਹਿਤ ਕਿਹੜੇ ਦੇਸ਼ ਨੇ 96.3 ਮਿਲੀਅਨ ਡਾਲਰ ਦੇ ਲੋਨ ਸਮਝੌਤੇ ਤੇ ਦਸਤਖਤ ਕੀਤੇ ਹਨ, ਸਾਈਨ ਕੀਤੇ ਹਨ? ADB ਅਤੇ ਕਿਹੜੇ ਦੇਸ਼ ਨੇ? ਤਾਂ ਕਿਹੜਾ ਦੇਸ਼ ਹੈ ਜੀ? नेपाल, पाकिस्तान, चाइना और इंडिया। तो सही आंसर हो जाएगा जी इसका C ऑप्शन, इंडिया, ठीक है जी। इंडिया ਤੇ ADB बैंक ने ਜਿਹੜੇ ਹੈਗਾ ਸਮਝੌਤਾ ਕੀਤਾ ਹਾਲ ਹੀ ਦੇ ਵਿੱਚ। ਕਿੰਨੇ ਰੁਪਏ ਦਾ ਸਮਝੌਤਾ ਕੀਤਾ ਹੈਗਾ? ਤਾਂ 96.3 ਮਿਲੀਅਨ ਡਾਲਰ ਦਾ ਸਮਝੌਤਾ ਕੀਤਾ। ਕਿਹਦੇ ਵਿਚਕਾਰ ਹੋਇਆ? ADB ਐਂਡ ਇੰਡੀਆ ਦੇ ਵਿਚਕਾਰ ਹੋਇਆ। ਤੁਸੀਂ ਆਖੋ ਸਰ ADB ਦਾ ਦੱਸ ਦਿਓ, ਸਬਰ ਕਰੋ ਥੋੜਾ ਜਿਹਾ, ਅੱਗੇ ਸਲਾਈਡ ਜਿਹੜੀ ਸਾਰੀ ADB ਬਾਰੇ ਦੱਸਾਂਗੇ ਆਪਾਂ, ਸਾਰੀ ਜਾਣਕਾਰੀ, ਠੀਕ ਹੈ ਜੀ। ਪੋਸਟਮਾਰਟਮ ਕਰ ਦਾਂਗੇ ਆਪਾਂ ADB ਦਾ। ਕਾਹਦੇ ਵਾਸਤੇ ਲਿਆ ਇੰਡੀਆ ਨੇ? ਤਾਂ ਜਲ ਜੀਵਨ ਮਿਸ਼ਨ ਲਈ ਲਿਆ ਜੀ, ਜਲ ਜੀਵਨ ਮਿਸ਼ਨ ਲਈ। ਇਹ ਜਲ ਜੀਵਨ ਮਿਸ਼ਨ ਕੀ ਹੈ? ਠੀਕ ਹੈ ਜੀ। ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਜਿਹੜੀ ਯੋਜਨਾ ਚਾਲੂ ਕੀਤੀ ਗਈ ਹੈ। ਹਰ ਘਰ ਯੋਜਨਾ ਜਿਹੜੀ ਜਲ ਯੋਜਨਾ ਚਾਲੂ ਕੀਤੀ ਗਈ ਹੈ। ਤਾਂ ਹਰ ਘਰ ਜਲ ਯੋਜਨਾ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਸਟੇਟ ਪੁੱਛ ਲਿਆ ਜਾਵੇ ਕਿਹੜਾ? ਤਾਂ ਉਹ ਹੈਗਾ ਜੀ ਗੋਆ। ਫਸਟ ਡਿਸਟ੍ਰਿਕਟ ਕਿਹੜਾ ਹੈਗਾ? ਉਹ ਹੈਗਾ ਜੀ ਜਬਲਪੁਰ, ਠੀਕ ਹੈ ਜੀ। ਫਸਟ ਜਿਹੜਾ ਹੈਗਾ ਕੇਂਦਰ ਸ਼ਾਸਿਤ ਪੁੱਛ ਲਿਆ ਜਾਵੇ ਉਹ ਹੈਗਾ ਜੀ ਦਾਦਰ ਨਾਗਰ ਹਵੇਲੀ ਐਂਡ ਦਮਨ ਦੀਵ। ਮੈਂ ਸ਼ਾਰਟ ਫਾਰਮ 'ਚ ਲਿਖਤਾ ਜੀ ਦਾਦਰ ਨਾਗਰ ਹਵੇਲੀ ਐਂਡ ਦਮਨ ਦੀਵ। ਤਾਂ ADB ਐਂਡ ਇੰਡੀਆ ਦੇ ਵਿੱਚ ਕਿਹੜਾ ਹੈਗਾ ਸਮਝੌਤਾ ਹੋਇਆ? 96.3 ਮਿਲੀਅਨ ਡਾਲਰ ਦਾ ਸਮਝੌਤਾ ਹੋਇਆ ਜੀ, ਠੀਕ ਹੈ। ਲੋਨ ਐਗਰੀਮੈਂਟ ਹੋਇਆ, ਜਲ ਜੀਵਨ ਮਿਸ਼ਨ ਦੇ ਤਹਿਤ ਹੋਇਆ ਜੀ। ਜਲ ਜੀਵਨ ਮਿਸ਼ਨ ਲਈ ਦਿੱਤਾ ਜਾਊਗਾ। ਇਸ ਦੇ ਅੰਡਰ ਕੀ ਹੈ? ਹਰ ਘਰ ਜਲ ਯੋਜਨਾ ਜਿਹੜੀ ਲਾਂਚ ਕੀਤੀ ਗਈ ਹੈ। ਫਸਟ ਸਟੇਟ ਕਿਹੜੀ ਬਣ ਚੁੱਕੀ ਹੈ ਇਹਨੂੰ ਲਾਂਚ ਕਰਨ ਵਾਲੀ? ਗੋਆ। ਡਿਸਟ੍ਰਿਕਟ ਕਿਹੜਾ ਬਣ ਚੁੱਕਿਆ ਜੀ? ਜਬਲਪੁਰ। ਐਂਡ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਬਣ ਚੁੱਕਿਆ ਹੈ? ਦਾਦਰ ਨਾਗਰ ਹਵੇਲੀ ਐਂਡ ਦਮਨ ਦੀਵ। ADB ਦੀ ਗੱਲ ਕਰੀਏ ਤਾਂ ADB ਦੀ ਫੁੱਲ ਫਾਰਮ ਕੀ ਹੈ? ADB ਦੀ ਫੁੱਲ ਫਾਰਮ ਹੈਗਾ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ। ਏਸ਼ੀਆ ਦਾ ਬੈਂਕ ਹੈ ਜੀ ਇਹ, ਠੀਕ ਹੈ। 19 ਦਸੰਬਰ 1966 ਨੂੰ ਇਸ ਦੀ ਕੀ ਹੋਈ ਸੀ? ਸਥਾਪਨਾ ਹੋਈ ਸੀ ਜੀ। ਮੁਖਿਆਲਾ ਕਿੱਥੇ ਸਥਿਤ ਹੈ ਇਹਦਾ? ਫਿਲੀਪੀਨ ਦੇ ਵਿੱਚ ਹੈ ਜੀ, ਫਿਲੀਪੀਨਸ ਦੇ ਵਿੱਚ। ਫਿਲੀਪੀਨਸ ਦੇ ਵਿੱਚ ਇਸ ਦਾ ਮੁਖਿਆਲਾ ਸਥਿਤ ਹੈ। ਇਸ ਦੇ ਪ੍ਰੈਜ਼ੀਡੈਂਟ ਕੌਣ ਹੈ ਜੀ? ਬੈਂਕ ਦੇ ਪ੍ਰੈਜ਼ੀਡੈਂਟ ਹੈਗੇ ਨੇ ਜੀ ਆਸਾਕਾਵਾ। ਆਸਾਕਾਵਾ ਇਸ ਦੇ ਕੀ ਨੇ? ਪ੍ਰੈਜ਼ੀਡੈਂਟ ਨੇ। ਤੇ ਵਾਈਸ ਪ੍ਰੈਜ਼ੀਡੈਂਟ ਕੌਣ ਨੇ?
सर सानू तो प्रेजिडेंट नहीं याद होना, तुसी वाइस प्रेजिडेंट तक पहुँच गए। प्रेजिडेंट नालों वाइस जिहड़ा प्रेजिडेंट है वो इंपॉर्टेंट है जी, क्यों? क्योंकि ये इंडिया का है जी। कौन है जी? अशोक लवासा। अशोक लवासा कित्थों दे है? इंडिया का है। कित्थों का जिहड़ा वाइस प्रेजिडेंट हैगा? ADB बैंक का हैगा जी। स्थापना कदों हुई सी? 19 दसंबर जिहड़ा हैगा 1666 ईस्वी में जिहड़ी हैगी इसकी स्थापना हुई सी। दसंबर है जी इत्थे, ठीक है जी। एक मिनट वेट करो, मैं सही करके लिख ही देवां इस विच, ठीक है जी। 19 दसंबर जिहड़ा हैगा 1966 में स्थापना हुई सी। फिलीपीनस दे विच मुख्यालय असाकावा जिहड़े हैगे ने इसदे प्रेजिडेंट ने, अशोक लवासा जिहड़े हैगे ने इसदे वाइस प्रेजिडेंट ने। IMF की गल करिए, IMF की है सर? ये क्यों लैके आंदा? क्योंकि ये भी एक बैंक है जी। की करदी है ये? इंटरनेशनल मोनेटरी फंड। एक ये फंड दिंदी है देशां नूं, ਜਿਹੜੇ ਕਰਜ਼ੇ ਵਿੱਚ देश जमा डुੱਬ ਜਾਂਦੇ ਨੇ ਉਹਨਾਂ ਨੂੰ ਕੀ ਕਰਦੀ ਹੈ? ਇਹ ਫੰਡ ਕਰਦੀ ਹੈ ਜੀ। ਆਪਣੇ ਦੇਸ਼ ਨੂੰ ਕੀਤਾ ਸੀ, ਹਾਂਜੀ ਆਪਣੇ ਦੇਸ਼ ਨੂੰ ਵੀ 1991 ਦੇ ਵਿੱਚ IMF ਨੇ ਫੰਡ ਕੀਤਾ ਸੀ। ਉਹ ਆਪਾਂ ਕਿਸੇ ਹੋਰ ਦਿਨ ਚਰਚਾ ਕਰਾਂਗੇ, ਐਵੇਂ ਦਾ ਕੁਐਸਚਨ ਆਇਆ ਤਾਂ ਡਿਟੇਲ ਵਿੱਚ ਚਰਚਾ ਕਰਾਂਗੇ ਉਸ ਦੇ ਬਾਰੇ ਵੀ, ਬਹੁਤ ਇੰਟਰਸਟਿੰਗ ਸਟੋਰੀ ਹੈ। ਚਲੋ ਫਿਲਹਾਲ ਪੜ੍ਹਦੇ ਹਾਂ ਆਪਾਂ। ਇੰਟਰਨੈਸ਼ਨਲ ਮੋਨੇਟਰੀ ਫੰਡ ਜਿਹੜੀ ਹੈਗੀ IMF ਦੀ ਫੁੱਲ ਫਾਰਮ ਹੈ। ਮੁਖਿਆਲਾ ਕਿੱਥੇ ਹੈ ਜੀ ਇਸ ਦਾ? ਇਹ ਵਾਸ਼ਿੰਗਟਨ DC ਦੇ ਵਿੱਚ ਹੈਗਾ ਜੀ। ਵਾਸ਼ਿੰਗਟਨ DC ਦੇ ਵਿੱਚ, ਠੀਕ ਹੈ ਜੀ। ਹੈੱਡ ਕੌਣ ਇਸ ਦੇ? ਤਾਂ ਇਹ ਹੈਗੇ ਨੇ ਜੀ ਕ੍ਰੈਸਟਲੀਨਾ ਜੋਰਜੀਆ। ਕ੍ਰੈਸਟਲੀਨਾ ਜੋਰਜੀਆ, ਕ੍ਰੈਸਟਲੀਨਾ ਜੋਰਜੀਆ ਜਿਹੜੇ ਨੇ ਹੈੱਡ ਨੇ, ਠੀਕ ਹੈ। ਤੇ ਗੀਪਾ ਜਿਹੜੇ ਹੈਗੇ ਨੇ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ। ਕੁਐਸਚਨ ਪੁੱਛਿਆ ਗਿਆ ਬਹੁਤ ਵਾਰੀ ਪੇਪਰ ਦੇ ਵਿੱਚ, ਫਸਟ ਡਿਪਟੀ, ਕਰੰਟ ਦਾ ਕੁਐਸਚਨ ਹੈਗਾ ਜੀ ਇਹ, ਡਿਪਟੀ ਮੈਨੇਜਿੰਗ डायरैक्टर IMF दे फर्स्ट डिप्टी मैनेजिंग डायरैक्टर कौन है? तो ये नोट करो जी, ये है जी गीता गोपीनाथ। कौन है जी? गीता गोपीनाथ। कित्थों दे है? इंडिया दे है जी, ठीक है। एक चीज़ होर नोट कर लो इस दे विच, IMF एक जिहड़ा हैगा रिपोर्ट लॉन्च करदा है, ठीक है। रिपोर्ट का नेम नोट कर लो, वर्ल्ड इकोनॉमिक आउटलुक, जिसनों शॉर्ट फॉर्म च ना WEO डी हैगी है, रिपोर्ट लॉन्च की जाती है। वर्ल्ड बैंक की गल करिए, एक वर्ल्ड का बैंक है जी पूरे संसार का, ठीक है। स्थापना कदों हुई सी? जुलाई 1944 दे विच, ठीक है। किहड़े सम्मेलन दे विच हुई सी पुछ लिया जाए तो ब्रेटन वुड, ठीक है जी। नोट करो, ब्रेटन वुड सम्मेलन दे विच हुई सी जी, ठीक है। मुख्यालय कित्थे इसका भी हैगा जी? वाशिंगटन DC दे विच, वाशिंगटन DC दे विच मुख्यालय है, ठीक है। एंड हैड कौन ने? ये नोट करो, डेविड मालपास। डेविड मालपास इहदे की ने? हैड ने, ठीक है। वाशिंगटन DC दे विच मुख्यालय। जुलाई 1944 दे विच जिहड़े हैगे वर्ल्ड बैंक की स्थापना हुई सीगी, ठीक है जी। ब्रेटन वुड सम्मेलन दे विच हुई सी। वाशिंगटन DC विच जिहड़ा का मुख्यालय हैगा डेविड मालपास इस दे हैड ने। अगला क्वेश्चन की कहता जी, किसने सफलतापूर्वक VLSRSAM मिसाइल दा जिहड़ा हैगा परीक्षण, सफल परीक्षण कीता हैगा? तो ये तुहाडे ऑप्शन है DRDO, इसरो, डिफेंस मिनिस्ट्री, इन्हां विचों कोई नहीं। तो सही आंसर हो जाएगा जी इन्हां दा A, DRDO दोबारा, ठीक है। तो VLSRSAM है की है जी? ये सब तो पहला की है? मिसाइल है। की है? मिसाइल है, ठीक है। VLSRSAM। VL की गल करिए तो VL तो की आंदा जी? वर्टिकल लॉन्च। VL का मतलब की है जी? वर्टिकल लॉन्च। SR का मतलब की है जी? शॉर्ट रेंज। शॉर्ट रेंज। अगे जी SA का मतलब है जी? सरफेस टू एयर। सरफेस टू एयर। M की है जी? मिसाइल, ठीक है। इसकी फुल फॉर्म की बन गई? वर्टिकल लॉन्च शॉर्ट रेंज सरफेस टू एयर मिसाइल। तो पूछ लिया जाए कि है? सरफेस टू एयर मतलब धरती तो आकाश वाल जी हैगी है फायर करूगी। वर्टिकल लॉन्च मतलब पूरी सीधी तरह चलती है जी, ये 90 डिग्री एंगल ते।
शॉर्ट रेंज हैगी आ, सरफेस टू एयर हैगी आ, किहड़ी हैगी है जी VLSRSAM जिहड़ी हैगी आ लॉन्च की गई है। किस द्वारा लॉन्च की गई है? तो ये की गई है DRDO द्वारा लॉन्च जिहड़ी है वो की गई है। तो DRDO की है जी? इसकी फुल फॉर्म हैगी जी डिफेंस रिसर्च एंड डेवलपमेंट ऑर्गेनाइजेशन। डिफेंस रिसर्च एंड डेवलपमेंट ऑर्गेनाइजेशन। स्थापना कदों हुई सी? 1 जनवरी 1958 ਨੂੰ। इस दे हैड कौन ने जी? सतीश रेड्डी इस दे हैड ने। ठीक है जी। हैडकुआटर कित्थे ने इसदे? न्यू दिल्ली तो। न्यू दिल्ली दे विच हैडकुआटर ने। इस दे जिहड़े टैसट ने वो कित्थे कीते जांदे ने? तो ये वहीलर आईलैंड दे उत्ते इस दे टैसट कीते जांदे ने। वहीलर आईलैंड कित्थे है? ये उड़ीसा दे विच है जी। ठीक है जी। डिफेंस रिसर्च एंड डेवलपमेंट ऑर्गेनाइजेशन की फुल फॉर्म है। 1 जनवरी 1958 ਨੂੰ ਜਿਹੜੀ ਸਥਾਪਨਾ ਹੋਈ ਸੀਗੀ। ਸਤੀਸ਼ ਰੈੱਡੀ ਇਸ ਦੇ ਜਿਹੜੇ ਹੈਗੇ ਨੇ ਇਹਦੇ ਹੈੱਡ ਨੇ ਹੈਗੇ। ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਨੇ ਤੇ ਇਹਦੇ ਲਾਂਚ ਜਿਹੜੇ ਕਿ ਟੈਸਟ ਕੀਤੇ ਜਾਂਦੇ ਨੇ ਜਿਵੇਂ ਆਪਣੇ ਨਿਊਕਲੀਅਰ ਬੰਬ ਦਾ ਜਿਹੜਾ ਟੈਸਟ ਹੈ ਉਹ ਪੋਖਰਨ ਦੇ ਵਿੱਚ ਕੀਤਾ ਗਿਆ ਸੀ। ਤਾਂ ਉਸੇ ਤਰ੍ਹਾਂ DRDO ਦਾ ਟੈਸਟ ਕਿੱਥੇ ਕਰਦਾ? ਵੀਲਰ ਆਈਲੈਂਡ ਦੇ ਉੱਤੇ। ਕਿੱਥੇ ਹੈ ਜੀ? ਉੜੀਸਾ ਦੇ ਵਿੱਚ ਹੈ। ਠੀਕ ਹੈ ਜੀ। DRDO ਤੇ ਇਸਰੋ ਦੀ ਸਥਾਪਨਾ ਕਿਹਨੇ ਕੀਤੀ ਸੀ? ਤਾਂ ਇਹ ਕੀਤੀ ਸੀ ਵਿਕਰਮ ਸਾਰਾਭਾਈ ਜੀ ਨੇ ਕੀਤੀ ਸੀਗੀ। ਵਿਕਰਮ ਸਾਰਾ ਬਾਈ ਜੀ ਨੇ ਜਿਹੜੀ ਹੈਗੀ ਆ ਉਹ ਸਥਾਪਨਾ ਕੀਤੀ ਸੀਗੀ। ਫਾਦਰ ਆਫ DRDO ਕਿਹਨੇ ਕਿਹਾ ਜਾਂਦਾ? ਕਿਆ ਕੁਐਸਚਨ ਹੈ ਜੀ? ਫਾਦਰ ਆਫ DRDO ਇਹ ਕਿਹਾ ਜਾਂਦਾ ਜੀ APJ ਅਬਦੁਲ ਕਲਾਮ ਨੂੰ। APJ ਅਬਦੁਲ ਕਲਾਮ ਨੂੰ ਜਿਹੜਾ ਹੈਗਾ ਉਹ ਫਾਦਰ ਆਫ DRDO ਕਿਹਾ ਜਾਂਦਾ ਹੈਗਾ। ਇਸਰੋ ਦੀ ਗੱਲ ਕਰੀਏ ਅੱਗੇ। ਇਸਰੋ ਦੀ ਫੁੱਲ ਫਾਰਮ ਕੀ ਹੈ ਜੀ? ਠੀਕ ਹੈ ਜੀ। ਵੀਡੀਓ ਪੌਜ਼ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਵੀ ਸਕਦੇ ਹੋ ਇਸਰੋ ਦੀ। ਇਹ ਹੈਗੇ ਜੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਠੀਕ ਹੈ ਜੀ। ਮੁਖਿਆਲਾ ਕਿੱਥੇ ਦਾ ਹੈਗਾ? ਬੰਗਲੌਰ ਦੇ ਵਿੱਚ ਹੈ ਜੀ। ਬੰਗਲੌਰ ਦੇ ਵਿੱਚ ਬੈਂਗਲੁਰੂ ਦੇ ਵਿੱਚ ਮੁਖਿਆਲਾ ਹੈਗਾ। ਸਥਾਪਨਾ ਕਦੋਂ ਹੋਈ ਸੀ ਪੁੱਛ ਲਿਆ ਜਾਵੇ ਤਾਂ ਨੋਟ ਕਰੋ ਜੀ 15 ਅਗਸਤ 1969 1969 ਦੇ ਵਿੱਚ ਸਥਾਪਨਾ ਹੋਈ ਸੀਗੀ। ਪਹਿਲੀ ਸੈਟੇਲਾਈਟ ਆਰਿਆ ਜਿਹੜੀ ਹੈਗੀ ਹੈ ਇਸਰੋ ਵੱਲੋਂ ਕਿਹੜੀ ਭੇਜੀ ਗਈ ਸੀਗੀ? ਪਹਿਲਾ ਮਿਸ਼ਨ ਕਿਹੜਾ ਸੀਗਾ? ਤਾਂ ਨੋਟ ਕਰੋ ਜੀ ਆਰਿਆ ਭੱਟ। ਫਰਸਟ ਮਿਸ਼ਨ ਬਾਏ ਇਸਰੋ ਕਿਹੜਾ ਸੀਗਾ? ਆਰਿਆ ਭੱਟ। ਐਂਡ ਦੇ ਫਸਟ ਜਿਹੜੇ ਹੈੱਡ ਸੀਗੇ ਉਹ ਕੌਣ ਸੀਗੇ? ਉਹ ਨੋਟ ਕਰੋ ਜੀ ਵਿਕਰਮ ਸਾਰਾਭਾਈ। ਖੁਦ ਜਿਹੜੇ ਹੈਗੇ ਨੇ ਵਿਕਰਮ ਸਾਰਾਭਾਈ। ਠੀਕ ਹੈ। ਫਸਟ ਹੈੱਡ ਨੇ। ਐਂਡ 10th ਨਾਓ ਮਤਲਬ ਹੁਣ ਕੌਣ ਨੇ? ਫਸਟ ਹੈੱਡ ਕੌਣ ਸੀਗੇ? ਵਿਕਰਮ ਸਾਰਾਭਾਈ। ਹੁਣ ਕੌਣ ਨੇ ਜਿਹੜੇ ਹੈਗੇ ਨੇ? ਉਹ ਹੈਗੇ ਨੇ ਜੀ S ਸੋਮਨਾਥ। ਸੋਮਨਾਥ ਜਿਹੜੇ ਹੈਗੇ ਨੇ ਉਹ 10th ਨੰਬਰ ਦੇ ਜਿਹੜੇ ਹੈਗੇ ਨੇ ਉਹ ਹੈੱਡ ਬਣ ਚੁੱਕੇ ਨੇ। ਠੀਕ ਹੈ ਜੀ। ਇਸਰੋ ਬਾਰੇ ਜਾਣਕਾਰੀ ਬਹੁਤ ਹੈ ਨਹੀਂ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਬੈਂਗਲੁਰੂ ਦੇ ਵਿੱਚ ਜਿਹੜੀ ਹੈਗੀ ਆ ਹੈੱਡਕੁਆਟਰ ਹੈਗੇ ਨੇ। 15 ਅਗਸਤ 1969 ਦੇ ਵਿੱਚ ਸਥਾਪਨਾ ਹੁੰਦੀ ਆ। ਆਰਿਆ ਭੱਟ ਜਿਹੜਾ ਫਸਟ ਮਿਸ਼ਨ ਹੈਗਾ ਜੀ। ਵਿਕਰਮ ਸਾਰਾਭਾਈ ਜਿਹੜੇ ਹੈਗੇ ਨੇ ਫਸਟ ਹੈੱਡ ਸੀਗੇ। 10th ਨੰਬਰ ਜਿਹੜੇ ਹੁਣ ਨੇ ਮੌਜੂਦਾ ਉਹ ਕੌਣ ਨੇ ਜੀ? S ਸੋਮਨਾਥ ਮੌਜੂਦਾ ਨੇ। ਅਗਲਾ ਕੁਐਸਚਨ ਕੀ ਕਹਿ ਰਿਹਾ? IOAA ਦੇ 15ਵੇਂ ਅੰਤਰਰਾਸ਼ਟਰੀ ਓਲੰਪੀਆਡ ਵਿੱਚ ਭਾਰਤ ਕਿੰਨਵੇਂ ਸਥਾਨ ਤੇ ਰਿਹਾ? ਠੀਕ ਹੈ ਜੀ। ਭਾਰਤ ਰਿਹਾ ਜੀ ਇਹਦੇ ਵਿੱਚ ਪਹਿਲਾ, ਦੂਸਰੇ, ਤੀਸਰੇ, ਚੌਥੇ। ਤਾਂ ਸਹੀ ਆਪਸ਼ਨ ਹੋ ਜਾਏਗਾ ਜੀ C ਤੀਸਰੇ ਸਥਾਨ ਤੇ ਭਾਰਤ ਰਿਹਾ। ਤਾਂ IOAA ਕੀ ਹੈ? ਠੀਕ ਹੈ। ਇਹਦਾ ਕਿਹੜਾ ਹੋਇਆ ਜੀ? 15ਵਾਂ ਇੰਟਰਨੈਸ਼ਨਲ ਜਿਹੜਾ 15ਵਾਂ ਅੰਤਰਰਾਸ਼ਟਰੀ ਓਲੰਪੀਆਡ ਹੋਇਆ। IOA ਕੀ ਹੈ? ਸਭ ਤੋਂ ਪਹਿਲਾਂ ਲਿਖੋ IOAA। ਇਹਦੀ ਫੁੱਲ ਫॉर्म ਲਿਖੋ ਜੀ। ਪੇਪਰ ਦੇ ਵਿੱਚ ਨਹੀਂ ਪੁੱਛ ਰਿਹਾ, ਉਹ ਇੰਪੋਰਟੈਂਟ ਨਹੀਂ ਹੈ ਬਟ ਧਿਆਨ ਹੋਣੀ ਚਾਹੀਦੀ ਹੈ। ਇੰਟਰਨੈਸ਼ਨਲ ਓਲੰਪੀਆਡ ਔਨ ਐਸਟਰੋਨੋਮੀ ਐਂਡ ਐਸਟ੍ਰੋਟ੍ਰੋਫੀ। ਐਸਟ੍ਰੋਫਿਜ਼ਿਕਸ ਹੈ ਸੌਰੀ ਇੱਥੇ ਐਸਟ੍ਰੋਫਿਜ਼ਿਕਸ। ठीक है जी। IOA ਦੀ ਫੁੱਲ ਫॉर्म ਕੀ ਹੈ? ਇੰਟਰਨੈਸ਼ਨਲ ਓਲੰਪੀਆਡ ਔਨ ਐਸਟਰੋਨੋਮੀ
ਐਂਡ ਐਸਟ੍ਰੋਫਿजिक्स। ठीक है, इत्थे बच्चे जिहड़े हैगे ने एस्ट्रोनॉमी ते एस्ट्रोफिजिक्स दे उत्ते जिहड़े हैगे ने टैसट वगैरह हुंदे ने इहदे विच। तां पहला जिहड़ा हैगा इहदे विच किन्हां ने लिया पोजीशन, पहला स्थान किंदा रहा, फस्ट स्थान रहा जी ईरान दा। थर्ड पोजीशन किंदी आई है जी, ये आई है जी इंडिया दी। ठीक है जी, थर्ड पोजीशन इंडिया दी आई है, फस्ट जिहड़ी किंदी आई है ईरान दी आई है। ठीक है, ये जिहड़ा करंट दे विच क्वेश्चन बनिया हैगा। अपना की इंपोर्टेंट हैगा जी, वन डे क्रिकेट वर्ल्ड कप बारे गल करिए तो 2019 दे विच कौन जेतू रहा सी? 2019 दे विच कौन जेतू रहा सी? इंग्लैंड। तो 2022 दे विच कित्थे होएगा? ये होएगा जी आस्ट्रेलिया दे विच। ठीक है जी, ICC मेल क्रिकेटर ऑफ डिकेड की गल करिए, डिकेड की हुंदा? दशक, 10 साल, 10 साल का समा की कहना डिकेड। ICC मेल क्रिकेटर मतलब दशक का जिहड़ा मेल क्रिकेटर किनू चुनिया गया, तो वह चुनिया गया जी विराट कोहली नू। विराट कोहली नू क्रिकेटर ऑफ द डिकेड जिहड़ा घोषित किया गया। ICC मेल क्रिकेटर ऑफ द ईयर की गल करिए, ये ईयर आ गया जी, पिछे डिकेड सीगा, इस चीज़ नूं ध्यान रखना है। तो ये 2021 दे विच लास्ट टाइम चुनिया गया सीगा। कौन है जी? शाहीन अफरीदी। शाहीन अफरीदी कितों के? ये है नहीं पाकिस्तान के। क्या बात कर रहे हो सर? हाँ जी बिल्कुल, पाकिस्तान के भी जोड़े है प्लेयर वो चुने गए इस बारी। ठीक है, अंडर 19 क्रिकेट की गल करिए तो वर्ल्ड कप जोड़ा होया सी इहदा, वर्ल्ड कप होया सी जी, उस दे विच भी कौन जितया सी? इंडिया जितया सी। हाल ही दे विच एशिया कप होया जी अंडर 19 का, उस दे विच भी कौन जितया? इंडिया जितया। किनू हरा के जितया? तो श्रीलंका नू हरा के जितया है जी। हराया किनू सीगा? श्रीलंका नू हरा के जितया सीगा। ठीक है जी, ICC वूमन क्रिकेटर ऑफ द ईयर, क्रिकेटर ऑफ द ईयर जिहड़ा किनू जिहड़ा घोषित किया गया, तो समृति जिहड़ी हैगी है मंदाना जिहड़ा घोषित किया गया, समृति मंदाना। ठीक है जी, समृति मंदाना जिहड़ा घोषित किया गया ICC वूमन क्रिकेटर ऑफ द ईयर। मैन एशिया हॉकी कप की गल करिए, ठीक है जी, तो विनर कौन है जी? विनर इस रहे ने साउथ कोरिया। वर्ल्ड नहीं जी, एशिया है, इस नोट कर लेना, एशिया हॉकी कप है। इहदे विच इंडिया का स्थान किहड़ा रहा? इंडिया इस दे थर्ड स्थान ते रहा जी इस दे विच। ठीक है जी, अगे गल करते हैं अगले क्वेश्चन वाल। किस ने 14वीं एशियाई पुरुष अंडर 18 वालीबाल चैंपीयनशिप विच कांसी का तगमा जिहड़ा जितया हैगा? ठीक है जी, अंडर 18 वालीबाल चैंपीयनशिप विच तो किन्होंने जितया है कांसी का तगमा? चाइना, साउथ कोरिया, ईरान या फिर इंडिया? सही ऑप्शन हो जाएगा जी ए, इंडिया ने कांसी का तगमा जितया हैगा। 14वीं एशियाई पुरुष अंडर 18 वॉलीबॉल चैंपीयन की गल हो रही है। कित्थे हुई? सब तो पहले तेहरान दे विच होई है जी, तेहरान, तेहरान दे विच हुई है जी। तेहरान कित्थों की राजधानी है? ईरान की जिहड़ी कैपिटल हैगी है जी। ठीक है, जिहड़ा मैच सीगा किहदे विचकार हो रहा सीगा? इंडिया वर्सस साउथ कोरिया दे। जितया कौन इहदे विच? इंडिया जिहड़ा हैगा ब्रॉन्ज मैडल इस दे विच जित लाया। तो ये ध्यान रखना, ये अंडर 18 है जी, अंडर 19 नहीं है। अंडर 19 लई हुणे क्वालीफाई कर चुकी है जी टीम है। ठीक है, अंडर 19 नहीं है इस टाइम, किहड़ा हैगा अंडर 18 है। तो किहड़ा तगमा जितया हैगा? तो इंडिया ने जिहड़ा हैगा ब्रॉन्ज मैडल इस दे जितया हैगा। किस नूं हरा के? साउथ कोरिया नूं। कित्थे हो रहे ने? तेहरान जिहड़े ईरान दे विच हो रहे ने। ठीक है, वॉलीबॉल चैंपीयनशिप हैगे ने, 14वें नंबर की हैगे ने। ठीक है जी, इस चीज़ नूं तुसीं याद रखना है। डेविस कप की गल करिए तो डेविस कप का संबंध है टैनिस के नाल। कापी पैन नाल होवे जी क्लास दे विच तुसीं कर रहे हो तो। राइडर कप जिहड़ा संबंध है जी गोल्फ के नाल। थॉमस कप की गल करिए तो बैडमिंटन। ठीक है जी, बैडमिंटन जिहड़ी हैगी इत्थे ट्रॉफी की गल करिए। ओवर कप की गल करिए तो यह हैगा जी बैडमिंटन के नाल। ठीक है जी, डूरन की कप गल करिए तो इनका संबंध हैगा जी फुटबॉल के नाल। आ मैं क्यों छड्डता? कमेंट बॉक्स का यूज़ करो और इसका आंसर दो भी क्या होगा। पिछले 2 क्लासा तो मैं तुहानूं रिपीट करा रहा है चीज़। ठीक है, मैं तुहानूं पहले दिन भी कहा कि भाई तुहानूं एक टफ लग रही है तो मैं इसनूं रिपीट करावांगा। जदों भी क्वेश्चन आऊगा कप वाला जां कि खेड वाला आऊगा तो मैं इसनूं ले आया करूँगा। प्लस किहड़े सीगे अपने कोले जो एक्सरसाइज ने वो भी जिहड़े हैगे लगातार इस क्लास दे विच रिपीट हो रही हैं। ठीक है, जदों तुहानूं मैनूं लगदा भी याद हो गया होणगे तुसीं कमेंट बॉक्स दे विच आंसर देना शुरू कर दोगे। दैन आपां उहदी थां ते नवें क्वेश्चन जिहड़े पेपर दे विच बनणगे वो उत्थे पा दिया करांगे स्टैटिक जीके दी थां ते। ठीक है जी,
पिनाका का नवा संस्करण कित्थे लॉन्च किया गया? पिनाका का जिहड़ा नवा संस्करण है वो किन्हां द्वारा लॉन्च किया गया? तो वो किसने लॉन्च किया जी? DRDO ने इस भी लॉन्च किया। DRDO के 2 क्वेश्चन आ गए जी अज अपने को, ठीक है। तो ये सब तो पहला पिनाका है कि सर, कित्थे लॉन्च किया गया? तो बाद की गल है, पिनाका है कि? तो एक है जी इट इज़ अ रॉकेट लॉन्चर। की है रॉकेट लॉन्चर, इस तो की है रॉकेट लॉन्च किए जाएंगे, ठीक है। टैसट कितने होया पूछ लिया जाए, इसका टैसट कितने होया? पोखरण दे विच। पोखरण कितने है? ये है जी राजस्थान दे विच, ठीक है। रेंज पूछ ली जाए कितनी है? तो 60 किलोमीटर इसकी की है रेंज है। तो न्यू वर्जन लॉन्च किया गया, तो पुराने वर्जन की कितनी सी? कोई चेंज तो ये होगा। जो ओल्ड वर्जन है उसकी रेंज कितनी सी? 45 किलोमीटर रेंज सी। हुण वाली कितनी है? 60 किलोमीटर रेंज हैगी है। तो पिनाका की है? एक रॉकेट लॉन्चर है, ठीक है। पोखरण दे विच इहदा जिहड़ा टैसट किया गया DRDO द्वारा जिहड़ा है लॉन्च किया गया, ठीक है जी। इस चीज़ तुसीं याद रखना। DRDO के क्वेश्चन जिहड़े हैगे ने करंट दे विच बहुत आउंदे ने, ते पेपर दे विच भी बहुत वध चढ़ के पूछे जाते हैं इसके क्वेश्चन, ठीक है। आगे गल करिए IGMDP। IGMDP क्या है? तो ये क्या है? नोट करो, इंटीग्रेटेड गाइडेड मिसाइल डेवलपमेंट प्रोग्राम, ठीक है जी। किन्ना द्वारा चलाई गई सी? तो APJ अब्दुल कलाम जी द्वारा, ठीक है। APJ अब्दुल कलाम जी द्वारा चलाई गई सी। की है जी? इंटीग्रेटेड गाइडेड मिसाइल डिवेलपमेंट प्रोग्राम। इस दे अंडर की चीज़ आती है वो चीज़ याद रखनी। फुल फॉर्म इसकी भावें याद ना रखो, कोई चक्कर वाली गल नहीं हैगी। की याद रखना जी? पटना। पटना याद रख लोगे। P ते की है जी? पृथ्वी, ठीक है। A ते की है जी? आकाश। T ते की है जी? त्रिशूल। एंड N ते की है? नाग। एंड A ते की है? आकाश। पृथ्वी किहो जी मिसाइल है? ये है जी सरफेस टू सरफेस मिसाइल। सरफेस टू सरफेस मिसाइल। आकाश केड़ी है? ये भी केड़ी हैगी है? सरफेस टू सरफेस। मतलब सरफेस टू चलूगी तो सरफेस तो इहदा की होएगा? टारगेट होएगा। त्रिशूल की गल करिए, ये सरफेस टू एयर है जी, नोट रखियो। केड़ी है जी? सरफेस टू एयर मिसाइल, ठीक है। नाग इन मिसाइल नहीं हैगी, एक है जी एंटी टैंक हैगा। की हैगा जी? एंटी टैंक है। आकाश की है? ये भी की है? सरफेस टू एयर। सरफेस टू एयर मिसाइल केड़ी हैगी आ? आकाश हैगी। इस चीज़ नूं नोट करना इंपॉर्टेंट क्वेश्चन बनता है ये, ठीक है। थार्ड की गल करिए, की है? थार्ड की हैगा जी? USA का डिफेंस सिस्टम है जी। थार्ड USA का डिफेंस सिस्टम है। S-400 की है? ये रशिया का जी, रशिया का डिफेंस सिस्टम, ठीक है। तो इंडिया केड़ा परचेज करूगा? अमेरिका वाला, रशिया वाला? तो इंडिया दोस्त किहदा नेड़े जी? रशिया दे। तो रशिया ने S-400 जिहड़े हैगे ने वो इंडिया ने परचेज किए ने रशिया तो, ठीक है जी। इस चीज़ तुसीं याद रखना है। शौर्य की गल करिए, शौर्य की हैगा? तो ये न्यूक्लीयर कैपेबल मिसाइल हैगी है जी। न्यूक्लीयर कैपेबल मिसाइल हैगी है शौर्य, ठीक है। हलीना की हैगा जी? ये हैगी जी नाग मिसाइल। द हैलीकॉप्टर वर्जन है जी, हैलीकॉप्टर वर्जन। हैलीकॉप्टर वर्जन नाग मिसाइल हैलीना हैगा। शौर्य की हैगा? न्यूक्लीयर कैपेबल मिसाइल केड़ी हैगी है? शौर्य हैगी है, ठीक है जी। अगे क्वेश्चन वाल बढ़ते हैं जी। लास्ट क्वेश्चन है इसका, बीबी माई स्टोरी इज़ द ऑटोबायोग्राफी ऑफ विच प्राइम मिनिस्टर? बीबी माई स्टोरी, बीबी मेरी कहानी, ये जी ऑटोबायोग्राफी है किस प्राइम मिनिस्टर की हैगी है? किसे? तो ऑप्शन हैगे ने बेंजामिन नेतन्याहू, स्कॉट मॉरिसन, नरेंद्र मोदी, या इन्हां विचों कोई नहीं। तो सही आंसर हो जाऊगा जी ए बेंजामिन नेतन्याहू की जी हैगी आ वो आत्मकथा हैगी किहड़ी हैगी आ वो बीबी मेरी कहानी, या कह लो बीबी माई स्टोरी, ठीक है। किन्हां दी हैगी? बेंजामिन नेतन्याहू की हैगी है। तो बेंजामिन नेतन्याहू जिहड़े हैगे फॉर्मर जिहड़े हैगे ने वो
ਫਾਰਮਰ ਕੀ ਹੈਗੇ ਨੇ ਪ੍ਰੈਜ਼ੀਡੈਂਟ ਰਹੇ ਨੇ, ਫਾਰਮਰ ਪ੍ਰੈਜ਼ੀਡੈਂਟ ਨੇ ਜੀ, ਪਹਿਲਾਂ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਇਜ਼ਰਾਈਲ ਦੇ। ਠੀਕ ਹੈ ਜੀ। ਤਾਂ ਕੀ ਕਹਾਣੀ ਇਹਨਾਂ ਦੀ ਨੋਟ ਕੀਤੀ ਹੈਗੀ, ਬੀਬੀ ਮਾਈ ਸਟੋਰੀ। ਠੀਕ ਹੈ ਜੀ, ਕੁਐਸਚਨ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ, ਇਸ ਨੂੰ ਤੁਸੀਂ ਯਾਦ ਰੱਖੋਗੇ। ਅੱਗੇ ਗੱਲ ਕਰੀਏ ਤਾਂ ਡਾਇਰੀ ਆਫ ਯੰਗ ਗਰਲ, ਇਹ ਕਿਸ ਦੀ ਜਿਹੜੀ ਹੈਗੀ ਆਟੋਬਾਇਓਗ੍ਰਾਫੀ, ਤੇ ਐਨੀ ਫਰੈਂਕ ਦੀ ਹੈਗੀ ਹੈ। ਕਿਸ ਦੀ ਹੈਗੀ ਹੈ ਜੀ, ਐਨੀ ਫਰੈਂਕ ਦੀ। ਵਿੰਗਸ ਆਫ ਫਾਇਰ ਕਿਸ ਦੀ ਹੈ, ਇਹ ਨੋਟ ਕਰੋ ਜੀ, APJ ਅਬਦੁਲ ਕਲਾਮ, APJ ਅਬਦੁਲ ਕਲਾਮ ਦੀ ਜਿਹੜੀ ਹੈਗੀ ਆ ਵਿੰਗਸ ਆਫ ਫਾਇਰ। ਤੇ ਬਾਬਰਨਾਮਾ ਜਿਹੜੀ ਆਤਮ ਕਥਾ ਕਿਸ ਦੀ ਹੈਗੀ ਆ, ਇਹ ਹੈਗੀ ਜੀ ਬਾਬਰ ਦੀ। ਕਿਸ ਦੀ ਹੈਗੀ ਆ, ਬਾਬਰ ਦੀ। ਠੀਕ ਹੈ ਜੀ। ਦ ਡਾਇਰੀ ਆਫ ਯੰਗ ਗਰਲ ਕਿਸ ਦੀ ਹੈ, ਐਨੀ ਫਰੈਂਕ ਦੀ। ਵਿੰਗਸ ਆਫ ਫਾਇਰ ਜਿਹੜੀ ਹੈਗੀ ਆ ਉਹ ਹੈਗੀ ਜੀ APJ ਅਬਦੁਲ ਕਲਾਮ ਦੀ। ਐਂਡ ਬਾਬਰਨਾਮਾ ਕਿਸ ਦੀ ਹੈਗੀ, ਬਾਬਰ ਦੀ। ਤੇ ਕਰੰਟ ਵਿੱਚ ਕੁਐਸਚਨ ਕਿਹੜਾ ਬਣ ਗਿਆ ਆਪਣੇ ਕੋਲੇ, ਬੀਬੀ ਮਾਈ ਸਟੋਰੀ ਜਿਹੜੀ ਕਿਸ ਦੀ ਆਟੋਬਾਇਓਗ੍ਰਾਫੀ ਹੈ, ਬੈਂਜਾਮਿਨ ਨੇਤਨਯਾਹੂ। ਬੈਂਜਾਮਿਨ ਨੇਤਨਯਾਹੂ ਕਿਉਂ ਇੰਪੋਰਟੈਂਟ ਹੋ ਜਾਂਦੇ ਨੇ, ਕਿਉਂਕਿ ਬਹੁਤ ਚਰਚਾ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਰਹੇ ਨੇ, ਕਿੱਥੋਂ ਦੇ ਪ੍ਰੈਜ਼ੀਡੈਂਟ ਨੇ ਇਹ ਆਪਾਂ ਲਿਖਣੇ ਭੁੱਲ ਗਏ। ਤੇ ਇਹ ਹੈਗੇ ਨੇ ਜੀ ਇਜ਼ਰਾਈਲ ਦੇ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਨੇ, ਇਜ਼ਰਾਈਲ ਦੇ ਜਿਹੜੇ ਹੈਗੇ ਨੇ ਉਹ ਪ੍ਰੈਜ਼ੀਡੈਂਟ ਨੇ, ਫਾਰਮਰ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ। ਸੋ ਦੈਟਸ ਆਲ ਫॉर द डे। ਥੈਂਕ ਯੂ ਵੈਰੀ ਮਚ। ਧੰਨਵਾਦ ਕਰਦਾ ਜੀ ਤੁਸੀਂ ਜੇਕਰ ਪੂਰੀ ਕਲਾਸ ਸੁਣੀ ਹੈ ਇਸ ਦੇ ਵਿੱਚ। ਤਾਂ ਆਸ਼ਾ ਕਰਦਾ ਕਿ ਤੁਹਾਨੂੰ ਇਹ ਕਲਾਸ ਚੰਗੀ ਲੱਗੀ ਹੋਏਗੀ, ਕੰਟੈਂਟ ਜਿਹੜਾ ਸਾਡੇ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਚੰਗਾ ਲੱਗਿਆ ਹੋਏਗਾ। ਠੀਕ ਹੈ। ਐਂਡ ਤੁਸੀਂ ਇਸ ਨੂੰ ਆਪਦੇ ਜਿਹੜੇ ਦੂਸਰੇ ਦੋਸਤਾਂ ਨਾਲ ਸ਼ੇਅਰ ਕਰੋਗੇ, ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋਗੇ ਤਾਂ ਜੋ ਜਿਹੜਾ ਸਾਡਾ ਹੌਸਲਾ ਵੀ ਵਧੇ। ਠੀਕ ਹੈ। ਇੰਨਾ ਕਹਿੰਦੇ ਹੋਏ ਮੈਂ ਆਪਣੀ ਵੀਡੀਓ ਨੂੰ ਇੱਥੇ ਰੋਕਦਾ ਹੈਗਾ। ਧੰਨਵਾਦ, ਥੈਂਕ ਯੂ ਵੈਰੀ ਮਚ। ਜੈ ਹਿੰਦ, ਜੈ ਭਾਰਤ। ਬਹੁਤ ਬਹੁਤ ਧੰਨਵਾਦ ਜੀ।